गुर ते पाया। पाया अमृत गुर कृपा कीनी। अमृत नाम निदान है, मिल पीवहु भाई। बाणी गुरु गुरु है बाणी, विच बाणी अमृत सारे। गुरबाणी कह सेवक जन मानै, परतख गुरु निस्तारे। वह प्रगट्यो मर्द अगमड़ा, वरियाम अकेला। वाहु वाहु गोबिंद सिंह, आपे गुर चेला। परम सन्मान योग सत्कार योग गुरु सवारी गुरु प्यारी, गुरु का खास रूप खालसा साध संगत जीओ। सतगुरां दी अत्यंत बख्शिश दे सदका सरबत माई भाई गुर सिख संगतां मिल जुल के अंमृत वेले तो लैकर धन धन गुरु गोबिंद सिंह महाराज ਅੰਮ੍ਰਿਤ ਕੇ ਦਾਤੇ ਤਿੰਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀ ਦੇ ਮਾਲਕ ਸਭ ਆਲਮ ਦਾ ਤਾਰ ਪ੍ਰਭੂ ਦੀ ਗੋਦ ਅੰਦਰ ਜੁੜ ਮਿਲ ਬੈਠ ਕੇ ਤੁਰ ਦਰਗਾਹੀ ਬਚਨਾਂ ਨੂੰ ਸ਼ਰਧਾ ਭਾਵਨਾ ਅਕੀਦਤ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਦੀਨ ਦਿਆਲ ਭਗਤ ਵੈਸ਼ਲ ਕਰਨਾ ਨਿਧਾਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਸਰਗੁਣਤਾ ਦੇ ਸਹਿਤ ਆ ਕੇ ਦੁਸ਼ਟਾਂ ਨੂੰ ਮਾਰਨ ਵਾਸਤੇ ਦੁਸ਼ਟਾਂ ਨੂੰ ਪਛਾੜਨ ਵਾਸਤੇ ਬੰਦਗੀ ਵਾਲੇ ਸੰਤ ਜਨਾਂ ਨੂੰ ਉਭਾਰਨ ਵਾਸਤੇ ਜਗਤ ਨੂੰ ਤਾਰਨ ਵਾਸਤੇ ਸਭ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਨ ਵਾਸਤੇ ਭੁੱਖੇ ਲਿਤਾੜਿਆਂ ਨੂੰ ਰਜਵਾੜਿਆਂ ਦਾ ਮੁਕਾਬਲਾ ਕਰਨ ਵਾਸਤੇ ਇਸ ਦੁਨੀਆ ਦੇ ਅੰਦਰ ਇੱਕ ਨਵੀਂ ਕ੍ਰਾਂਤੀ ਲਿਆਂਦੀ ਏ, ਨਵੀਂ ਜਿਹੜੀ ਏ ਪੁਸ਼ਾਕ ਦਿੱਤੀ ਏ, ਨਵੀਂ ਇੱਕ ਜਿਹੜੀ ਏ ਸੰਸਾਰ ਨੂੰ ਸੇਧ ਦਿੱਤੀ ਆ। ਤੁਸੀਂ ਆਪਣਾ ਜਿਹੜਾ ਹੱਕ ਹਕੂਕ ਆ, ਆਪਣਾ ਜਿਹੜਾ ਤੁਸੀਂ ਸੰਸਾਰ ਦੇ ਅੰਦਰ ਆ ਕੇ ਮਾਰਗ ਕਿਵੇਂ ਚੁਣ ਸਕਦੇ ਹੋ ਤੇ ਮੰਜ਼ਿਲ ਤੇ ਕਿਵੇਂ ਪਹੁੰਚ ਸਕਦੇ ਹੋ, ਉਹ ਆ ਸਤਿਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਦਾ ਪ੍ਰਗਟ ਕਰਨਾ, ਸੰਪੂਰਨਤਾ ਕਰਨੀ, ਉਹਦੇ ਸੰਬੰਧ ਅੰਦਰ ਕੁਝ ਅੱਜ ਆਪਾਂ ਨੇ ਵਿਚਾਰਾਂ ਕਰਨੀਆਂ। ਮਹਾਰਾਜ ਨੇ ਵਿਸਾਖ ਦੇ ਮਹੀਨੇ ਅੰਦਰ ਇੱਕ ਵਿਸਾਖ ਨੂੰ ਔਰ ਆ ਕਰਕੇ ਕੌਤਕ ਜਿਹੜਾ ਰਚਾਇਆ ਹੈ, ਉਹ ਸੱਚੀ ਸਰਕਾਰ ਨੇ ਸਾਨੂੰ ਜਿਹੜਾ ਹੈ ਸੰਸਾਰਨੀਆਂ ਨੂੰ ਬੜੇ ਉਤਸ਼ਾਹ ਦੇ ਨਾਲ ਇਹ ਪਾਵਨ ਬਚਨ, ਜਿਹਨੂੰ ਅਸੀਂ ਖਾਲਸਾ ਪੰਥ ਦੀ ਸਾਜਨਾ ਦਿਵਸ ਵੀ ਕਹਿੰਦੇ ਹਾਂ,
ਔਰ ਉਹ ਖਾਲਸਾ ਪੰਥ ਦੀ ਸਾਜਨਾ ਦਿਵਸ ਜਿਹੜਾ ਖਾਲਸਾ ਸ਼ਬਦ ਹੈ, ਭਾਵੇਂ ਸਿੱਖ ਜਗਤ ਨੇ ਇਹਨੂੰ ਬੜਾ ਅਪਣਾਇਆ ਹੈ, ਜਿੰਨਾ ਸਿੱਖ ਜਗਤ ਦੇ ਵਿੱਚ ਵਰਤਿਆ ਗਿਆ ਹੈ ਉਹਨਾਂ ਕਿਤੇ ਨਹੀਂ ਵਰਤਿਆ ਗਿਆ। ਇਹ ਪਰਸ਼ੀਅਨ ਦਾ ਸ਼ਬਦ ਹੈ ਜਿਹਨੂੰ ਫਾਰਸੀ ਕਹਿੰਦੇ ਆ। ਇਹ ਪੰਜਾਬੀ ਦਾ ਸ਼ਬਦ ਨਹੀਂ, ਇਹ ਗੁਰਮੁਖੀ ਦਾ ਸ਼ਬਦ ਨਹੀਂ, ਇਹ ਪਰਸ਼ੀਅਨ ਦਾ ਸ਼ਬਦ ਆ। ਉਸ ਵੇਲੇ ਮੁਗਲਿਆ ਰਾਜ ਹੋਣ ਕਰਕੇ ਉਦੋਂ ਰਾਜ ਭਾਸ਼ਾ ਵੀ ਇਹ ਚੱਲਦੀ ਸੀਗੀ, ਔਰ ਜਿਸ ਦੇ ਅਰਥ ਸਨ ਐਨ ਸ਼ੁੱਧ ਨਿਰੋਲ, ਔਰ ਖਾਲਸਾ ਦੇ ਅਰਥ ਨੇ ਸ਼ੁੱਧ ਨਿਰੋਲ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਪੰਥ ਜਿਹੜਾ ਹੈ ਪ੍ਰਗਟ ਕਰਨਾ ਹੈ, ਉਹਨੂੰ ਸਾਜਣਾ ਹੈ ਨਿਰੋਲ। ਤੇ ਇਹਦੀ ਬੁਨਿਆਦ ਜਿਹੜੀ ਹੈ ਵਿਸਾਖੀ ਦੇ ਨਾਲ ਮੈਂ ਬਚਨ ਕੀਤਾ ਸੀ ਆਪ ਨਾਲ, ਬਈ ਇਹਦੇ ਨਾਲ ਸਾਡੇ ਕਿੰਨੇ ਕੁ ਸੰਬੰਧ ਹੈ। ਮੈਂ ਬਹੁਤਾ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਸਮੇਂ ਨੇ ਤੁਰੇ ਜਾਣਾ ਆਪਣੇ ਅਨੁਸਾਰ। ਮੈਂ ਟੂਕ ਮਾਤਰ ਆਪ ਜੀ ਦੇ ਨਾਲ ਇਹ ਜਿਹੜੇ ਪਾਵਨ ਸਾਹਿਬ ਦੇ ਬਚਨ ਨੇ ਵਿਦਵਾਨਾਂ ਨੇ ਅੰਕਿਤ ਕੀਤੇ, ਗ੍ਰੰਥਕਾਰਾਂ ਨੇ ਪੜ੍ਹਾ ਕੇ ਆਪ ਦੇ ਸਮਕਸ਼ ਰੱਖਣੇ ਨੇ। ਧੰਨ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਜਗਤ ਜਲੰਦੇ ਨੂੰ ਠਾਰਦੇ ਨੇ, ਦੁਨੀਆ ਨੂੰ ਤਾਰਦੇ ਨੇ। ਤੇ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਤੇ ਅਸੀਂ ਭਾਈ ਗੁਰਦਾਸ ਸਾਹਿਬ ਦੇ ਬਚਨਾਂ ਦੇ ਵਿੱਚੋਂ ਭਾਈ ਗੁਰਦਾਸ ਸਿੰਘ ਜੀ ਦੀ ਵਾਰ ਪੜ੍ਹਦੇ ਹਾਂ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਬਚਨ ਜਿਹੜੇ ਨੇ ਪ੍ਰਗਟ ਇੱਥੇ ਆ ਕੇ ਹੋਏ ਨੇ, ਪਰ ਤੁਰੇ ਬੜਾ ਪਹਿਲਾਂ ਨੇ। ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਨਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧੰਨ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਜਗਤ ਵਿੱਚ ਆਏ ਤੇ ਮੈਲਾ ਮਾਰਗ ਹੋ ਚੁੱਕਾ ਸੀ, ਮੈਲਾ ਜਿੱਤੇ ਤੁਰਿਆ ਨਹੀਂ ਜਾਂਦਾ, ਤਿਲਕਣਬਾਜ਼ੀ ਬਹੁਤੀ ਸੀ। ਔਰ ਸੱਚੀ ਸਰਕਾਰ ਨੇ ਸੁਖਾਲਾ ਮਾਰਗ ਬਣਾ ਕੇ ਦਿੱਤਾ ਹੈ। ਉਸ ਮਾਰਗ ਤੇ ਤੁਰਨ ਵਾਲਾ ਸੁਖਾਲੇ ਢੰਗ ਦੇ ਨਾਲ ਮੰਜ਼ਲ ਤੇ ਪਹੁੰਚੇਗਾ। ਸ਼ਰਤ ਇਹ ਹੈ, ਮਹਾਰਾਜ ਕਹਿੰਦੇ ਹੋਵੇ ਪਵਿੱਤਰ ਮਨ, ਹੋਵੇ ਉਹਦਾ ਆਚਰਣ ਪਵਿੱਤਰ, ਹੋਵੇ ਜੀਵਨ ਪਵਿੱਤਰ। ਇਸ ਮਾਰਗ ਤੇ ਸ਼ੁੱਧ ਮਨ ਵਾਲਾ, ਸ਼ੁੱਧ ਜੀਵਨ ਵਾਲਾ, ਸ਼ੁੱਧ ਆਚਰਣ ਵਾਲਾ, ਸ਼ੁੱਧ ਕਮਾਈ ਵਾਲਾ, ਔਰ ਜਿਹੜਾ ਉਹ ਤੁਰੇਗਾ ਉਹ ਮੰਜ਼ਲ ਤੇ ਪਹੁੰਚੇਗਾ। ਉਹ ਮਾਰਗ ਨੂੰ ਸਤਿਗੁਰੂ ਜੀ ਨੇ ਅੱਗੇ ਵਧਾਉਂਦਿਆਂ ਸੰਸਾਰ ਨੂੰ ਚਾਨਣਾ ਦਿੱਤਾ ਹੈ। ਜਦੋਂ ਕੋਈ ਕਿਸੇ ਦਾ ਪੈਰ ਫਿਸਲਦਾ ਹੈ, ਜਦੋਂ ਕੋਈ ਕੁਮਾਰਗ ਪੈਂਦਾ ਹੈ, ਉਸ ਵੇਲੇ ਔਰ ਅੰਧਕਾਰ ਦੇ ਵਿੱਚ ਭਟਕਣਾ ਵਿੱਚ ਜ਼ਿਆਦਾ ਚਲਾ ਜਾਂਦਾ ਹੈ। ਅੰਧਕਾਰ ਦੇ ਵਿੱਚ ਅਗਿਆਨਤਾ ਦਾ ਹਨੇਰਾ ਫੈਲਿਆ ਹੈ। ਗੁਰੂ ਨਾਨਕ ਨਿਰੰਕਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਆਨ ਦਾ ਸੂਰਜ ਨੇ ਸ਼ਬਦ ਦਾ ਦੀਪਕ ਜਲਾ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਕਹਿੰਦੇ ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਤੇਰੇ ਅੰਦਰ ਅੰਮ੍ਰਿਤ ਪ੍ਰਭੂ ਦਾ ਨਾਮ ਹੈ, ਪ੍ਰਭੂ ਦਾ ਨਾਮ ਹੈ, ਉਹਨੂੰ ਛੱਡ ਕੇ ਕਾਹਦੇ ਲਈ ਬਾਹਰ ਤੁਰਿਆ ਫਿਰਦਾ ਹੈ। ਅੰਦਰ ਟਿਕੇਗਾ, ਅੰਮ੍ਰਿਤ ਦੇ ਕੁੰਡ ਨਾਲ ਜੁੜ ਜਾਵੇਂਗਾ। ਕਿਉਂਕਿ ਔਰ ਇਹ ਮਜ਼ਬੂਨ ਹੈ ਜਿੱਥੇ ਵਿਸਾਖੀ ਦਾ ਔਰ ਪੁਰਬੇ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਤੇ ਅੰਮ੍ਰਿਤ ਦਿਵਸ ਵੀ ਹੈ। ਅੰਮ੍ਰਿਤ ਦਿਵਸ ਵੀ ਮੈਂ ਅੱਗੇ ਜਾ ਕੇ ਬਿਆਨ ਕਰਨਾ ਹੈ। ਔਰ ਇਹ ਅੰਮ੍ਰਿਤ ਜਿਹੜਾ ਦੁਨੀਆ ਦੇ ਅੰਦਰ ਦੂਜੀ ਵੇਰ ਪ੍ਰਗਟ ਹੋ ਰਿਹਾ ਹੈ। ਜੇ ਮੈਂ ਭੁੱਲਦਾ ਨਾ ਹੋਵਾਂ, ਦੂਜੀ ਵੇਰ ਕਿਉਂ ਬਈ? ਪਹਿਲਾਂ ਆਦਿ ਕਾਲ ਦੇ ਵਿੱਚ ਦੈਂਤਾਂ ਨੇ ਤੇ ਦੇਵਤਿਆਂ ਨੇ ਜਦੋਂ ਰਲ ਕੇ ਖੀਰ ਸਮੁੰਦਰ ਰਿੜਕਿਆ ਸੀ ਨਾ,
ਉਹਦੇ ਵਿੱਚੋਂ ਜਿਹੜੇ 14 ਰਤਨ ਨਿਕਾਲੇ ਹਨ, 14 ਰਤਨ ਨਿਕਲੇ ਸਨ, ਉਹਨਾਂ ਵਿੱਚੋਂ ਇੱਕ ਅੰਮ੍ਰਿਤ ਨਿਕਲਿਆ ਸੀ। ਅੰਮ੍ਰਿਤ ਤੇ ਅੰਮ੍ਰਿਤ ਹੁਣ ਮਿਲਦਾ ਕਿਹਨਾਂ ਨੂੰ? ਇਹ ਉਥੋਂ ਉਪਜੇ ਅੰਮ੍ਰਿਤ ਸ਼ਬਦ ਦੀ। ਉਦੋਂ ਪਹਿਲਾਂ ਚਲੇ ਜਾਓ ਤੇ ਕਿਤੇ ਅੰਮ੍ਰਿਤ ਸ਼ਬਦ ਮਿਲਦਾ ਨਹੀਂ। ਉਦੋਂ ਪਹਿਲਾਂ ਜਦੋਂ ਮਿਲੇਗਾ ਬਾਅਦ 'ਚ ਹੀ ਮਿਲੇਗਾ, ਔਰ ਉਹ ਬਾਅਦ 'ਚ ਹੀ ਅੰਮ੍ਰਿਤ ਸ਼ਬਦ ਮਿਲਦਾ ਹੈ। ਉਹ ਅੰਮ੍ਰਿਤ ਨਿਕਲਿਆ, ਕੱਢਿਆ ਦੋਨਾਂ ਨੇ ਰਿੜਕਿਆ ਇਕੱਠੇ ਹੋ ਕੇ। ਅੱਛਾਈ ਤੇ ਬੁਰਿਆਈ ਨੇ ਰੇੜਕਾ ਪਾਇਆ। ਦੋਵੇਂ ਗੱਲਾਂ ਹੀ ਸੰਸਾਰ ਵਿੱਚ ਨੇ, ਚੰਗਿਆਈਆਂ ਵੀ ਨੇ ਤੇ ਬੁਰਿਆਈਆਂ ਵੀ ਨੇ। ਗੁਣ ਅਵਗਣ ਹੈ ਸਭ ਵਿਖੇ, ਇਨ ਬਿਨ ਜੰਤ ਨਾ ਕੋਏ। ਔਰ ਮਹਾਰਾਜ ਨੇ ਜੋ ਬਚਨ ਕਹੇ ਨਾ, ਅੱਛਾਈ ਬੁਰਿਆਈ, ਵਿਦਵਾਨ ਕਹਿੰਦੇ ਗੁਣ ਨੇ ਜਿਹੜੇ ਚੰਗੇ ਤੇ ਬੁਰਿਆਈ ਆ ਅਵਗਣ। ਅਵਗਣ ਯਾਰੇ ਮਨ ਸੇ ਭਲੋ ਨਾ ਕਹੇ ਕੋਏ। ਕੋਈ ਚੰਗਾ ਨਹੀਂ ਕਹਿੰਦਾ। ਖੈਰ ਮੈਂ ਸੰਖੇਪ 'ਚ ਅਰਜ਼ ਕਰਾਂ, ਉਹ ਅੰਮ੍ਰਿਤ ਪ੍ਰਗਟ ਹੋਇਆ, ਦੇਵਤਿਆਂ ਤੇ ਦੈਂਤਾਂ ਨੇ ਰਿੜਕਿਆ ਤੇ ਫਿਰ ਭਗਵਾਨ ਨੇ ਵਰਤਾਇਆ। ਕਿਹਨੂੰ ਮਿਲਿਆ? ਕਿਹਨੂੰ? ਜਿਹੜੇ ਭਲੇ ਪੁਰਸ਼ ਸਨ, ਜਿਨ੍ਹਾਂ ਦਾ ਦੀਵਾ ਜਗ ਚੁੱਕਿਆ ਸੀ, ਜਿਨ੍ਹਾਂ ਨੂੰ ਮਾਰਗ ਦਿਸ ਚੁੱਕਿਆ ਸੀ, ਜਿਨ੍ਹਾਂ ਨੂੰ ਬੁਰਿਆਈ ਦਾ ਪਤਾ ਲੱਗ ਗਿਆ ਸੀ। ਉਹਨਾਂ ਬੁਰਿਆਈ ਨੂੰ ਮਿਟਾਉਣ ਵਾਸਤੇ, ਅੱਛਾਈ ਨੂੰ ਜਿੱਤ ਕਰਾਉਣ ਵਾਸਤੇ ਭਗਵਾਨ ਨੇ ਭਾਵਨਾ ਪੂਰਵਕ ਜਿਹੜੇ ਹਿਰਦੇ ਸੀ ਨਾ, ਉਹਨਾਂ ਨੂੰ ਵੰਡਿਆ। ਤੇ ਜਿਹੜੇ ਨਿਸ਼ਰਦਕ, ਜਿਹੜੇ ਮਾਰ ਧਾੜ ਵਾਲੇ ਸਨ, ਉਹ ਹੱਤਿਆਚਾਰੀ ਸਨ, ਉਹਨਾਂ ਨੂੰ ਦੈਂਤ ਕਹਿੰਦੇ ਸਨ। ਅੱਜ ਵੀ ਜਿਨ੍ਹਾਂ ਦੇ ਅੰਦਰ ਭਾਵਨਾਵਾਂ ਬਣ ਜਾਂਦੀਆਂ ਨਾ, ਭਾਵਨਾਵਾਂ, ਉਹਨਾਂ ਨੂੰ ਅੰਮ੍ਰਿਤ ਮਿਲਦਾ ਹੈ। ਅੰਮ੍ਰਿਤ ਨਹੀਂ ਤੇ ਮਹਾਰਾਜ ਕਹਿੰਦੇ ਦੇਵਤੇ ਵੀ ਲੱਭਦੇ ਫਿਰਦੇ ਸਨ, ਮਿਲਿਆ ਕਿੱਥੋਂ? ਗੁਰੂ ਤੋਂ ਆ ਕੇ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਲੱਭਿਆ ਨਹੀਂ, ਮਿਲਿਆ ਨਹੀਂ। ਸੋ ਉਹ ਅੰਮ੍ਰਿਤ ਗੁਰ ਤੇ ਪਾਇਆ, ਗੁਰੂ ਤੋਂ ਪ੍ਰਾਪਤ ਹੁੰਦਾ ਹੈ ਉਹ ਅੰਮ੍ਰਿਤ। ਖੈਰ ਉਦੋਂ ਬਾਅਦ ਦਸਮ ਪਿਤਾ ਨੇ ਉਹ ਅੰਮ੍ਰਿਤ ਜਿਵੇਂ ਉਹਨਾਂ ਨੇ ਬਾਹਰੀ ਸੰਸਾਰ ਵਿੱਚ ਪ੍ਰਗਟ ਕੀਤਾ ਸੀ ਨਾ ਤੇ ਵਰਤਾਇਆ। ਮੇਰੀ ਸੱਚੀ ਸਰਕਾਰ ਨੇ ਕਿਹਾ ਉਹਨੂੰ ਸਮੁੰਦਰ ਰਿੜਕਣ ਦਾ, ਔਰ ਜਿਹੜਾ ਸਮਾਂ ਨਹੀਂ, ਹੁਣ ਤੁਸੀਂ ਸਮੁੰਦਰ ਨਹੀਂ ਰਿੜਕ ਸਕਦੇ। ਉਹਨਾਂ ਕੋਲ ਦੀਵੇ ਜਗੇ ਸਨ, ਦਿਵਯ ਸ਼ਕਤੀਆਂ ਸਨ, ਫਿਰ ਵੀ ਉਹ ਬੁਰਿਆਈ ਤੇ ਔਰ ਜਿਹੜੇ ਸਨ ਔਰ ਦੁਸ਼ਟਾਂ ਦੇ ਉੱਪਰ ਜਿੱਤ ਨਾ ਹਾਸਲ ਕਰ ਸਕੇ। ਉਦਣ ਬੁਰਿਆਈ ਨੂੰ, ਦੁਸ਼ਟਾਂ ਨੂੰ ਨਸ਼ਟ ਕੀਤਾ ਜਿੱਦਣ ਅੰਮ੍ਰਿਤ ਪਾ ਲਿਆ, ਪੀ ਲਿਆ। ਉਹ ਅੰਮ੍ਰਿਤ ਪ੍ਰਗਟ ਕਰਨਾ ਹੈ। ਇੱਕ ਸ਼ਬਦ ਮੈਂ ਆਪ ਨਾਲ ਸਾਂਝਾ ਕੀਤਾ ਸੀ, ਆਪੇ ਗੁਰ ਚੇਲਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਆ ਕੇ ਬਚਨ ਪ੍ਰਗਟ ਕਰ ਦਿੱਤੇ ਭਾਈ ਗੁਰਦਾਸ ਸਾਹਿਬ ਨੇ। ਪਰ ਇਹ ਬਚਨਾਂ ਨੂੰ ਗੌਰ ਨਾਲ ਵਾਚੀਏ, ਇਹ ਗੁਰੂ ਨਾਨਕ ਸਾਹਿਬ ਤੋਂ ਚੱਲਦੇ ਆਏ ਨੇ। ਗੁਰੂ ਨਾਨਕ ਨਿਰੰਕਾਰੀ ਮਹਾਰਾਜ, ਦੀਨ ਦੁਨੀ ਦੇ ਮਾਲਕ ਪ੍ਰਭੂ ਜੀ, ਸੰਸਾਰ ਦੇ ਵਿੱਚ ਸੰਸਾਰ ਨੂੰ ਤਾਰਦੇ। ਉਹਨਾਂ ਕੋਲ ਇੱਕ ਸਿੱਖ ਚਲਾ ਗਿਆ, ਸਿੱਖ, ਉਹਦਾ ਨਾਮ ਹੈ ਭਾਈ ਲਹਿਣਾ। ਉਹ ਕਿਵੇਂ ਗਿਆ ਹੈ? ਬਹੁਤ ਲੰਬਾ ਪਿਛੋਕੜ ਹੈ, ਆਪ ਬਹੁਤ ਜਾਣਦੇ ਹੋ। ਮੈਂ ਪਹਿਲਾਂ ਕਿਹਾ ਮੈਂ ਡਿਟੇਲ 'ਚ ਨਹੀਂ, ਕੇਵਲ ਵਿਸਾਖੀ, ਅੰਮ੍ਰਿਤ, ਕੇਵਲ ਟੂਕ ਅੱਜ ਦੇ ਜਿਹੜਾ ਕੱਲ੍ਹ ਨੂੰ ਆਪਾਂ ਦਿਨ ਮਨਾਉਣ ਜਾ ਰਹੇ ਹਾਂ, ਕੁਝ ਵਿਚਾਰਾਂ ਦੀ ਸਾਂਝ ਆਪ ਨਾਲ ਕੱਲ੍ਹ ਪਾਣੀ ਹੈ। ਮਹਾਰਾਜ ਸਾਹਿਬ ਦੇ ਕੋਲ ਉਹ ਛਿਛ ਗਿਆ ਹੈ। ਮਹਾਰਾਜ ਦੇ ਘਰ ਅੰਦਰ ਉਹਨੇ ਆਪਨੱਤ ਮਿਟਾ ਕੇ, ਮੈਂ ਮਿਟਾ ਕੇ, ਤੂੰ ਨੂੰ ਪ੍ਰਸੰਨ ਦੇ ਲਈ, ਪਰਮਾਤਮਾ ਨੂੰ ਪਾਉਣ ਦੇ ਲਈ ਉਹਨੇ ਉਪਰਾਲਾ ਕੀਤਾ, ਜਿਹਨੂੰ ਕਬੀਰ ਸਾਹਿਬ ਮਹਾਰਾਜ ਕਹਿੰਦੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਔਰ ਉਹ ਭਾਵਨਾ ਨੂੰ ਲੈ ਕੇ ਉਹਨੇ ਸੇਵਾ ਕਮਾਈ ਤੇ ਮੇਰੇ ਸਤਿਗੁਰੂ ਪ੍ਰਸੰਨ ਹੋ ਗਏ ਭਾਈ ਲਹਿਣੇ ਦੇ ਉੱਪਰ। ਗੁਰੂ ਨਾਨਕ ਨਿਰੰਕਾਰੀ ਹੁਣ ਗੁਰੂ ਨੇ ਆਪੇ ਗੁਰਚੇਲਾ, ਚੇਲਾ ਕਹਿੰਦੇ ਸੇਵਕ ਨੂੰ, ਸ਼ਿਸ਼ ਨੂੰ, ਸ਼ਾਗਿਰਦ ਨੂੰ, ਸੇਵਾਦਾਰ ਨੂੰ। ਬਈ ਇਹ ਸੇਵਾ ਵਿੱਚ ਰਹਿੰਦਾ ਹੈ, ਇਹ ਕੌਣ ਹੈ? ਆਪਣਾ ਹੀ ਚੇਲਾ ਬਾਲਕ ਹੈ। ਉਹ ਚੇਲਾ ਸੇਵਾ ਕਮਾਉਂਦਾ। ਚੇਲੇ ਨੇ ਸੇਵਾ ਕਰਦਿਆਂ ਸਤਿਗੁਰੂ ਦੇ ਬਚਨ ਅੰਦਰ ਧਾਰ ਲਏ, ਬੋਲ ਉਹਦੇ ਗੁਰੂ ਵਾਲੇ ਹੋ ਗਏ। ਔਰ ਭਾਈ ਲਹਿਣੇ ਦੀ ਤੁਰਦਿਆਂ
चाल गुरु वाली हो गई। गुर सिख मीत चलो गुर चाली, ते किन्नी क परपक्ता जो गुर कहे सोई भल मानो। जो गुरु कहना नू भला जान के मनना, बुरा नहीं। और उहदी चाल भी हो गई, उहदा बैठना भी, उठना भी, बोलना भी, विचरना भी गुरु वाला हो गया है। अंदर दीवा जग पिया, अंदर जोत नल जोत मिल गई। हुण धन गुरु नानक निरंकारी महाराज ने जिहड़ा सिख सी ना, उहनूं अज तख्त ते बिठा के ते तिलक ला के जिहदे अगे आके भाई लहणा मत्था टेकदा सी ना, अज उन्हें गुरता गद्दी ते बिठा के भाई लहणे अगे मत्था टेकता। कहंदे आप सतगुरु अंगद देव महाराज हो, अंगत ला के अंगद बना देता। अज आप उपदेश करो। संगत नूं क्या भाई लहणे दा बोलिया, गुरु अंगद साहब दा बोलिया, साडा बोलिया होवेगा। जो शांति इधरों मिलती इधर मिलेगी। जोत अंदर धर देती, उन्होंने तख्त ते बिठा के चौंकड़ा मार के सामने बह गए। सतगुरु जी बचन करो। गुर चेला आपे गुर चेला। गुरु नानक साहब महाराज गुरु ने ते चेला भाई लहना आ, और गुरता ते बिठा के उन्होंने गुरु बना के आप अगे शिश वांगू मत्था टेकदे ने। उहदे आपे गुर चेला। और चलते ने महाराज, चलद्या चलद्या समा अपनी चाले चलदा गुरु अंगद देव महाराज का समा आउंदा है। ते विसाख नूं ही और जिहड़ा धन गुरु अंगद देव महाराज सच्चे पातशाह दीन दुनी दे मालिक, विसाख वधी 1 संमत 1561 बिक्रमी ते 1504 ईसवी सन नूं विसाख वधी 1 मनो। और जिहड़ा गुरु अंगद देव महाराज का प्रकाश हुंदा है, प्रकाश पुरब है। और इसे महीने का विसाखी का संबंध साडे नाल गुरु अंगद देव महाराज का समा आउंदा है। गुरु अंगद देव महाराज संगतां नूं तारदे ने, ते तारदियां तारदियां कहंदे बई बड़ी रोशनी आ, गुरु दा चानना किन्ना के। ते महाराज ने बचन कीते, कहंदे भलिओ जे 100 चंदा उगवै सूरज चढ़े 1000, इते चानण हुंदियां गुरबिन घोर अंधार। गुरु तो बगैर कुछ नहीं जे। ये गुरु दा चानना मेरा चानना नहीं। और समा चलदा है अपने चाले, ते समा धन गुरु अमरदास महाराज दा आ जाता है। गुरु अमरदास महाराज सच्चे पातशाह जी दे इतिहासक पन्नियां नूं पढ़दे आ, ते गुरु अमरदास महाराज वैसाख सुदी 14 संमत 1536 बिक्रमी ते सन 1479 ईस्वी नूं धन गुरु अमरदास महाराज का भी वैसाख विच प्रकाश पुरब है। वैसाख का संबंध ध्यान देना थोड़ा जिहा दे नाल, वैसाख का संबंध। और गुरु अमरदास महाराज का पावन प्रकाश पुरब भी वैसाख का है। और धन गुरु अमरदास महाराज जी नूं आपे गुरचेला दे अनुसार और गुरु अंगद देव महाराज आप मस्तक टेक के तिलक निशानी करके गुरु ऐलान देंदे ने, संगतां विचरदियां ने, उपदेश देंदे ने। ते गोइंदवाल दी पावन धरती ते आ गए। पावन धरती ते आके ये जोत जगमगाई दुनिया ने, और हनेरे विच चानना कीता, हिरदियां विच चानना कीता है। इत्थे जेड़े उच्चियां जातां वाले सन, उन्हां ने खूहां ते जाना नीवियां जातियां दा बंद कर दिता सी। और जिन्ने आपां शूदर च आ जाने सा, करसानी नाल संबंधित जिन्ने ने सब शूदर सन। और इन्हां दा परछावां भी खूह ते पसंद नहीं सन करदे। कोई मशकां पाड़ देंदा, कोई घड़े फोड़ देंदा, कोई बेपती करदा। ते भाई पारो जी परमहंस और सिखां ने मिल के बेनती की, महाराज ये उच्चियां जातां वाले बहुत ज़्यादा तंग करते जे, पानी की बड़ी किल्लत है, आप किरपा करो आप घरे पानी का प्रबंध कर लाइए, जे हुक्म होवे महाराज। कहते करो। बौली की आरंभता हो गई। बौली नूं चलदियां खुदाई करदियां तलते गए, कड़ टुटदा नहीं। और प्यारिओ सतगुरु अमरदास महाराज बैठे ने, ते भाई मानक चंद
ਨੂੰ ਕਿਹਾ ਜਾਓ, ਤੇ ਮਹਾਰਾਜ ਕਹਿੰਦੇ ਨੇ ਜਦੋਂ ਕੜ ਟੁੱਟੇਗਾ, ਜਿਹੜਾ ਸਿੱਖ ਜਾ ਕੇ ਤੋੜੇਗਾ ਉਹਦੇ ਤੋਂ ਬਾਹਰ ਨਹੀਂ ਆਇਆ ਜਾਣਾ, ਪਾਣੀ ਇੰਨਾ ਹੋਵੇਗਾ। ਭਾਈ ਮਾਨਕ ਚੰਦ ਕਹਿਣ ਲੱਗੇ ਸਤਿਗੁਰੂ ਜੇ ਇਹ ਤੇਰੇ ਲੇਖੇ, ਸੰਗਤ ਦੇ ਲੇਖੇ ਸਰੀਰ ਲਾ ਕੇ ਕੜ ਟੁੱਟਦਾ ਹੈ, ਇਹ ਤਾਂ ਕੋਈ ਵੀ ਮੁੱਲ ਨਹੀਂ ਉਤਾਰਨਾ ਪੈਂਦਾ। ਉਹ ਭਾਈ ਮਾਨਕ ਚੰਦ ਥੱਲੇ ਗਏ ਤੇ ਜਾ ਕਰਕੇ ਗੁਰੂ ਅਮਰਦਾਸ ਸਾਹਿਬ ਤੇ ਸੰਗਤਾਂ ਬਾਹਰ ਨੇ, ਔਰ ਭੰਨਦਿਆਂ ਛੈਣੀ ਥੋੜਿਆਂ ਦੇ ਨਾਲ ਜਦੋਂ ਕੜ ਟੁੱਟਾ, ਪਾਣੀ ਦਾ ਪ੍ਰੈਸ਼ਰ ਪਿਆ ਇੰਨਾ ਕੁ ਜ਼ਿਆਦਾ, ਭਾਈ ਮਾਨਕ ਚੰਦ ਉਸ ਬੌਲੀ ਦੇ ਵਿੱਚ ਹੀ ਔਰ ਜੋਤ ਦੇ ਵਿੱਚ ਜੋਤ ਮਿਲ ਗਈ, ਸਰੀਰ ਛੱਡ ਗਏ, ਬਾਹਰ ਨਾ ਨਿਕਲਿਆ ਜਾ ਸਕਿਆ, ਪਾਣੀ ਜ਼ਿਆਦਾ। ਉਹ ਜਿਸ ਦਿਨ ਬੌਲੀ ਦਾ ਕੜ ਟੁੱਟਾ ਨਾ, ਉਸ ਦਿਨ ਵੀ ਔਰ ਜਿਹੜਾ ਵਿਦਵਾਨਾਂ ਦਾ ਇਹ ਮੰਨਣਾ 1557 ਔਰ ਜਿਹੜੀ ਈਸਵੀ ਸਨ ਸੀ, ਔਰ ਵਿਸਾਖੀ ਵਾਲੇ ਦਿਨ ਉਹ ਬੌਲੀ ਦਾ ਗੋਇੰਦਵਾਲ ਸਾਹਿਬ ਵਿਖੇ ਕੜ ਟੁੱਟਾ ਹੈ ਬੌਲੀ ਦਾ। ਜਿਹੜੀ ਬੌਲੀ 'ਚ ਆਪਾਂ ਜਾਂਦੇ ਇਸ਼ਨਾਨ ਕਰਦੇ ਹਾਂ, ਵਿਸਾਖੀ ਵਾਲੇ ਦਿਨ ਹੀ ਕੜ ਤੋੜਦੇ ਹਾਂ। ਭਾਈ ਮਾਨਕ ਚੰਦ ਜੀ ਵਿੱਚੇ ਰਹਿ ਗਏ ਸਨ, ਔਰ ਇਹ ਵਿਸਾਖੀ ਦਾ ਸੰਬੰਧ ਹੈ। ਤੇ ਜਦੋਂ ਅੱਗੇ ਚਲਦਿਆਂ ਅਸੀਂ ਆਉਣੇ ਆ, ਸਮਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਆ ਜਾਂਦਾ ਹੈ। ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ, ਔਰ ਇਹ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਚਲਦੇ ਨੇ। ਪਰਤ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਦੀਨ ਦੁਨੀ ਦੇ ਮਾਲਕ ਇੱਥੇ ਅੰਮ੍ਰਿਤਸਰ ਜੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਔਰ ਆ ਕਰਕੇ ਇਹ ਨਗਰ ਨੂੰ ਆਬਾਦ ਕਰਨਾ, ਔਰ ਇੱਥੇ ਮਹਿਲ ਬਣਾਏ ਸਨ ਗੁਰੂ ਕੇ ਪਿਆਰਿਓ। ਇੱਥੇ ਆ ਕੇ ਵਸਦੇ ਆ। ਇੱਥੇ ਇੱਕ ਘਟਨਾ ਘਟੀ, ਅੰਮ੍ਰਿਤ ਸਰੋਵਰ ਦਾ ਪ੍ਰਗਟ ਹੋਣਾ। ਔਰ ਪਿਆਰਿਓ ਜਿਹਨੂੰ ਆਪਾਂ ਬੀਬੀ ਰਜਨੀ ਕਹਿੰਦੇ ਨਾ, ਬੀਬੀ ਰਜਨੀ, ਉਹ ਬੀਬੀ ਰਜਨੀ ਦੇ ਪਿਤਾ ਨੇ, ਉਹ ਸਾਖੀ ਤੁਸੀਂ ਡਿਟੇਲ 'ਚ ਸਾਰੀ ਜਾਣਦੇ ਹੋ, ਮੈਂ ਕੇਵਲ ਆਪ ਨਾਲ ਟੂਕ ਮਾਤਰ ਔਰ ਸਾਂਝੀ ਕਰਨੀ ਆ। ਔਰ ਉਹ ਬੀਬੀ ਰਜਨੀ ਨੂੰ ਜਦੋਂ ਉਹਦੇ ਬਾਪ ਨੇ ਕਿਹਾ ਮੈਂ ਦੇਖਦਾ ਆ ਤੇਰਾ ਰੱਬ, ਤੇ ਉਹਨੇ ਪਿੰਗਲੇ ਦੇ ਲੜ ਲਾ ਦਿੱਤਾ, ਪਿੰਗਲੇ ਨਾਲ ਵਿਆਹ ਦਿੱਤਾ। ਲੱਤਾਂ ਤੋਂ ਤੁਰਿਆ ਨਹੀਂ ਜਾਂਦਾ, ਹੱਥ ਕੰਮ ਨਹੀਂ ਸੋ ਕਰਦੇ। ਔਰ ਬੀਬੀ ਨੇ ਔਰ ਆਪਣੇ ਵਸਤਰ ਲਏ ਤੇ ਪਿੰਗਲੇ ਪਤੀ ਨੂੰ ਖਾਰੀ ਟੋਕਰੀ ਵਿੱਚ ਬਿਠਾ ਲਿਆ ਤੇ ਲੈ ਕੇ ਪਿੰਡ ਪਿੰਡ ਮੰਗਦੀ ਇਸ ਤੁੰਗ ਪਿੰਡ ਦੇ ਵਿੱਚ ਇੱਥੇ ਆਈ ਆ ਕੇ ਇੱਕ ਬੇਰੀ ਦੀ ਛਾਵੇਂ, ਔਰ ਉਹਨੂੰ ਜਿਹੜਾ ਟੋਕਰੀ ਨੂੰ ਟਿਕਾਇਆ, ਆਪ ਲਾਗੇ ਤੁੰਗ ਪਿੰਡ ਦੇ ਵਿੱਚ ਮੰਗਣ ਚਲੀ ਗਈ। ਉਹ ਪਿੰਗਲੇ ਨੇ ਖਾਰੀ ਵਿੱਚ ਬੈਠੇ ਨੇ ਵੇਖਿਆ ਇਹ ਛਪੜੀ ਜਿਹੜੀ ਪਾਣੀ ਦੀ ਆ ਕੋਲ, ਔਰ ਇੱਥੇ ਕਾਲੇ ਕਾਉ ਟੁੱਬੀ ਲਾਉਂਦੇ ਨੇ, ਵਿੱਚੋਂ ਚਿੱਟੇ ਹੋ ਕੇ ਨਿਕਲਦੇ ਆ। ਔਰ ਉਹ ਪਿੰਗਲੇ ਦੇ ਦਿਲ ਔਰ ਦਿਮਾਗ ਅੰਦਰ ਇਹ ਵਿਚਾਰ ਆਇਆ ਕਿ ਪਾਣੀ 'ਚ ਕਰਾਮਾਤ ਹੈ, ਇਹਦੇ 'ਚ ਕੋਈ ਕਰਾਮਾਤ ਹੈ। ਉਹਨੇ ਯਤਨ ਕੀਤਾ, ਪਤਾ ਨਹੀਂ ਮੇਰਾ ਰੱਬ ਜਾਣੇ ਕਿਵੇਂ ਖਾਰੀ ਵਿੱਚੋਂ ਨਿਕਲਿਆ ਤੇ ਰਿੜਦਾ ਪਾਣੀ ਦੇ ਵਿੱਚ ਵੜ ਗਿਆ। ਤੇ ਜਦੋਂ ਪਾਣੀ 'ਚ ਵੜ ਗਿਆ ਨਾ, ਕਹਿੰਦੇ ਨੇ ਬਈ ਉਹਦਾ ਜਿਹੜਾ ਸਰੀਰ ਕੰਚਨ ਵਰਗਾ ਹੋ ਗਿਆ, ਐ ਨਰੂਆ ਹੋ ਗਿਆ ਸਰੀਰ। ਜਦੋਂ ਸਰੀਰ ਨਰੂਆ ਹੋ ਗਿਆ, ਕੁਝ ਵਿਦਵਾਨ ਕਹਿੰਦੇ ਉਹਨੇ ਹੱਥ ਦਾ ਅੰਗੂਠਾ ਇੱਕ ਪਿੰਗਲੇ ਵਾਲਾ ਰੱਖ ਲਿਆ ਸੀ। ਜਿੰਨੇ ਨੂੰ ਬੀਬੀ ਰਜਨੀ ਆਈ, ਉਹ ਟੋਕਰੀ ਮੋਢੀ ਮਾਰ ਕੇ ਬੈਠਾ। ਬੀਬੀ ਨੇ ਆ ਕੇ ਰੌਲਾ ਪਾ ਲਿਆ, ਕਹਿ ਲੱਗੀ ਦੇਖੋ ਤੁਸਾਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਤੇ ਮੇਰੇ ਰੰਗ ਰੂਪ ਤੇ ਮੋਹਤ ਹੋ ਕੇ ਤੂੰ ਮੈਨੂੰ ਆਪਣਾ ਪਤੀ ਦੱਸਣਾ। ਰੌਲਾ ਪੈ ਗਿਆ, ਲਾਗੇ ਸਿੱਖ ਨੇ ਸੁਣਿਆ, ਪੁੱਛਿਆ, ਕਹਿੰਦੇ ਇੱਥੇ ਸਤਿਗੁਰੂ ਨੇ, ਚਲੋ ਉਹਨਾਂ ਕੋਲ। ਸਤਿਗੁਰੂ ਮਹਾਰਾਜ ਜੀ ਨੂੰ ਉਹਨੇ ਆਪਣੀ ਸਾਰੀ ਘਟਨਾ ਦੱਸੀ ਤੇ ਆ ਕਰਕੇ ਜਦੋਂ ਗੂਠਾ ਵਿੱਚ ਪਾਇਆ ਤੇ ਉਹ ਬਿਲਕੁਲ ਸਹੀ ਹੋ ਗਿਆ। ਮਹਾਰਾਜ ਕਹਿੰਦੇ ਤੇਰਾ ਜਿਹੜੇ ਆ ਨਾ ਭਾਗ ਉਦੇ ਹੋ ਗਏ ਬੀਬੀ, ਇਹ ਤੇਰੀ ਮਿਹਨਤ ਨੂੰ ਭਾਗ ਲੱਗਾ, ਤੇਰੇ ਸਿਦਕ ਨੂੰ ਭਾਗ ਲੱਗਾ ਹੈ। ਜਿੱਦਣ ਇਹ ਘਟਨਾ ਘਟੀ ਨਾ, ਵਿਦਵਾਨ ਸੱਜਣ ਕਹਿੰਦੇ 1586 ਈਸਵੀ ਦੀ ਘਟਨਾ, ਤੇ ਇਹ ਵੀ ਵਿਸਾਖੀ ਵਾਲਾ ਦਿਨ ਸੀ ਜਿੱਦਣ ਉਹ ਰਜਨੀ ਦਾ ਪਤੀ ਔਰ ਐਨ ਕੰਚਨ ਵਰਗੀ ਜਿਹਦੀ ਕਾਇਆ ਹੋਈ ਸੀ, ਉਦਣ ਵੀ ਵਿਸਾਖੀ ਵਾਲਾ ਦਿਨ ਸੀਗਾ।
ਵਿਸਾਖੀ ਵਾਲੇ ਦਿਨ ਦੀ ਇਹ ਘਟਨਾ ਆ। ਔਰ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀਨ ਦੁਨੀ ਦੇ ਮਾਲਕ, ਇਹਨਾਂ ਦਾ ਪ੍ਰਕਾਸ਼ ਪੁਰਬ ਜਿਹੜਾ ਆ ਉਹ ਵਿਸਾਖ ਵਧੀ ਔਰ 1620 ਸੰਮਤ ਆ ਤੇ ਸਨ 1563 ਈਸਵੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਸਾਖ ਮਹੀਨੇ ਦੇ ਵਿੱਚ ਪ੍ਰਕਾਸ਼ ਪੁਰਬ ਹੈ। ਉਹਨਾਂ ਦੀ ਵਿਸਾਖੀ ਨੂੰ ਆਮਦ ਹੈ। ਵਿਸਾਖ ਵਾਲੇ ਮਹੀਨੇ ਦੇ ਵਿੱਚ ਵਿਸਾਖੀ ਦੇ ਇਹ ਪੁਰਬਾਂ ਦੇ ਨਾਲ ਸਾਡਾ ਸੰਬੰਧ ਹੈ। ਤੇ ਧੰਨ ਗੁਰੂ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚੱਲਦਿਆਂ ਹੋਇਆਂ ਇੱਥੇ ਆਉਂਦੇ ਨੇ। ਪਰਤ ਕੇ ਚਲਦਿਆਂ ਸਮਾਂ ਆ ਜਾਂਦਾ ਹੈ। ਔਰ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋ ਗਈ ਔਰ ਪਿਆਰਿਓ ਕੋਹਰਾਮ ਮਚ ਗਿਆ। ਤੇ ਸੱਚੀ ਸਰਕਾਰ ਨੇ ਔਰ ਆਨੰਦਾਂ ਦੀ ਪੁਰੀ ਦੇ ਅੰਦਰ ਐਲਾਨ ਕੀਤਾ ਹੈ, ਆਓ ਖੰਡੇ ਬਾਟੇ ਦੀ ਪਾਓ ਲਓ ਔਰ ਗੁਰੂ ਕੇ ਖਾਲਸੇ ਸਜੋ। ਉਸ ਵੇਲੇ ਰਾਜਿਆਂ ਨੇ ਕਿਹਾ ਸੀ ਜੇ ਸਾਡਾ ਬਾਟਾ ਵੱਖਰਾ ਕਰੇ ਤੇ ਪਹਾੜੀ ਰਾਜਿਆਂ ਨੇ ਅਸੀਂ ਛਕਾਂਗੇ, ਇਹ ਕੰਗਾਲਾਂ ਦੇ ਨਾਲ, ਸ਼ੂਦਰਾਂ ਦੇ ਨਾਲ, ਇਹ ਛੋਟੀਆਂ ਜਾਤਾਂ ਵਾਲਿਆਂ ਨਾਲ ਅਸੀਂ ਅੰਮ੍ਰਿਤ ਨਹੀਂ ਛਕਾਂਗੇ। ਅਸੀਂ ਆ ਰਾਠ, ਅਸੀਂ ਆ ਸ਼ੇਰ, ਇਹਨੇ ਭੱਜ ਜਾਣਾ ਗਿੱਦੜਾਂ ਦੀ ਤਰ੍ਹਾਂ। ਤੇ ਮਹਾਰਾਜ ਸਾਹਿਬ ਨੇ ਕਿਹਾ ਸੀ ਇਹਨਾਂ ਗਰੀਬਾਂ ਨੂੰ ਮੈਂ ਰਾਜੇ ਬਣਾ ਦਿਆਂਗਾ, ਜਿਹੜੇ ਤੁਸੀਂ ਬਾਦ ਬਣੇ ਫਿਰਦੇ ਹੋ ਨਾ ਇਹਨਾਂ ਨੂੰ ਚਿੜੀਆਂ ਦੱਸਦੇ ਹੋ, ਇਹ ਚਿੜੀਆਂ ਤੁਹਾਡੇ ਮਗਰ ਪਾ ਦਿਆਂਗਾ, ਬਾਜਾਂ ਨੂੰ ਤੁਹਾਨੂੰ ਰਹਿਣ ਨੂੰ ਕਿਤੇ ਜਗ੍ਹਾ ਨਹੀਂ ਮਿਲਣੀ। ਤੇ ਜਦੋਂ ਇਹਨਾਂ ਨੂੰ ਰਾਜ ਦੇ ਦਿਆਂਗਾ ਇਹ ਸ਼ਸਤਰਧਾਰੀ ਹੋ ਜਾਣਗੇ, ਫਿਰ ਗੁਰੂ ਗੋਬਿੰਦ ਸਿੰਘ ਨਾਮ ਮੇਰਾ ਹੋਵੇਗਾ, ਮੈਂ ਫੇਰ ਕਹਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਔਰ ਉਹ ਸਾਰਾ ਇਕੱਠ ਰਵਾਲਸਰ ਦੀ ਧਰਤੀ ਤੇ ਆਨੰਦਪੁਰ ਦੀ ਪਹਾੜੀ ਤੇ, ਅੱਜ ਭਾਵੇਂ ਅਸੀਂ ਉਹਨੂੰ ਕਿਲਾ ਕਹਿੰਦੇ ਆ, ਉਹ ਪਹਾੜੀ ਤੇ ਵਿਸ਼ੇਸ਼ ਪੱਤਰਕਾ ਭੇਜ ਕੇ ਮਹਾਰਾਜ ਨੇ ਉੱਥੇ ਇਕੱਠ ਬੁਲਾਇਆ। ਇਕੱਠ ਔਰ ਦੂਰੋਂ ਲੋਕ ਆਉਣ ਲੱਗੇ ਕਿ ਪਿਆਰਿਓ ਔਰ ਉੱਥੇ ਇਕੱਠ ਹੋਣਾ ਹੈ, ਉੱਥੇ ਚੱਲੀਏ। ਸਤਿਗੁਰੂ ਨੇ ਬੁਲਾਇਆ ਔਰ ਮਾਝਾ, ਮਾਲਵਾ, ਪੋਠੋਹਾਰ, ਧੰਨੀ, ਘੇਪ ਆਦਿ ਸਾਰੇ ਇਲਾਕਿਆਂ ਤੋਂ ਦੁਨੀਆ ਆਈ। ਤੇ ਕੁਝ ਵਿਦਵਾਨ ਲਿਖਦੇ ਨੇ 9.5 ਲੱਖ ਇਕੱਠ, ਕੁਝ ਲਿਖਦੇ 10 ਲੱਖ, ਇੱਕ ਨੇ 80,000 ਵੀ ਲਿਖਿਆ। ਖੈਰ ਬੇਅੰਤ ਇਕੱਠ ਹੋਇਆ। ਤੇ ਪਿਆਰਿਓ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਸਨ ਉੱਥੋਂ ਵੀ ਸੰਗਤਾਂ ਗਈਆਂ। ਉਹਨਾਂ ਦਾ ਮੋਹਰੀ ਬਣ ਕੇ ਗਿਆ ਜਸਵੰਤ ਰਾਓ, ਜਿਹੜਾ तमाम दुनिया नूं नाल लैके गया। महाराज सच्ची सरकार ने उस स्टेज ते आउणा है, दीन दुनी दे मालक ने अज बुलावा भेजिया है। ये सारे दे सारे हुम हुमा के पहुँचे। उस पहाड़ी दे उपर स्टेज सजी आ, सतगुरु ने आउणा है ते की अज बचन बिलास होने आ। चारे कूटां दे लोग आए ने। दीन दुनी दे मालक सच्चे पातशाह जदों आए उस रवालसर दी धरती ते आके उस स्टेज ते आए ने। सच्ची सरकार ने आ करके तकरीर की आसा दी वार दे कीर्तन तो बाद समागम दी शुरुआत हुंदियां आसा दी वार दा कीर्तन होया। सतगुरु आए, स्टेज वाल नूं सबना दे नेत्र लगे और दाला दाले तंबू लगे, शमयाने ताने संगतां बैठियां ने। अज महाराज ने विशेष उपदेश देना है। दीन दुनी दे मालक ने जदों ऐसा होया, सच्ची सरकार उठे स्टेज ते अपनी म्यान दे विचों जिहड़ी आ तलवार कढ़ी ते तलवार कढ़ के कहंदे गुरु के खालसा जी, और जो समा आ गया है, जे समय दी उड़ीक विच सां और नियारा पनिया ते आओ अज साडी तलवार नूं एक सीस दी लोड़ है, सानू एक सीस दी लोड़ है। इस पंथ नूं जिहड़ा अगे वधाण वास्ते और नियारापन लियाण वास्ते। जदों इन्नी गल कही ना, जिहड़े बड़े उत्साह नाल स्टेज वाले तक रहे सन, मेरे वर्गियां दीयां नीवियां पै गईयां। किते इशारा करके महाराज मैनू ना कहण, तू उठिया। एक गल संगत जी ध्यान च रखनी, उहदे विच बीबियां दा इकट्ठ भी बहुत ज़्यादा सी ते महाराज ने नहीं सी कहा कि मर्द उठो, महाराज ने कहा सी एक सिर दी लोड़ आ।
ਉਹਦੇ ਵਿੱਚ ਬੀਬੀ ਉੱਠ ਪਏ, ਉਹਦੇ ਵਿੱਚ ਬਾਬਾ ਉੱਠ ਪਏ, ਕੋਈ ਉੱਠ ਪਏ, ਗੁਰਮੁਖ ਉੱਠ ਪਏ। ਪਰ ਉਦੋਂ ਔਰ ਲਾਹੌਰ ਨਿਵਾਸੀ ਭਾਈ ਦਇਆ ਰਾਮ ਉੱਠਿਆ। ਤੇ ਜੇ ਉਦੋਂ ਭਾਈ ਦਇਆ ਰਾਮ ਉੱਠਿਆ ਤੇ ਅੱਜ ਧੱਕੇ ਦੇ ਨਾਲ ਹੀ ਕਹਿੰਦੇ ਆ ਜੀ ਬਸ ਅਸੀਂ ਤਾਂ ਜੀ 5 ਪਿਆਰੇ ਬਣਾ ਦਿਆਂਗੇ, ਨਾਲੇ ਵਿਆਕਰਨ ਦਾ ਬੜਾ ਜ਼ੋਰ ਏ। ਕਹਿੰਦੇ ਜੀ 5 ਪਿਆਰੇ ਬਣਾ ਦਿਆਂਗੇ। ਹੁਣ ਵਿਆਕਰਨ 'ਚ ਲਿੰਗ ਉਪਲਿੰਗ ਹੁੰਦਾ ਨਾ, ਆਪ ਜ਼ਿਆਦਾ ਜਾਣਦੇ ਹੋ ਵਿਆਕਰਨ ਦਾ। ਤੇ ਹੁਣ ਵਿਆਕਰਨ ਇਹ ਕਹਿੰਦੀ ਆ ਕਿ ਇਸਤਰੀ ਲਿੰਗ ਤੇ ਇਹ ਮਰਦ ਪੁਲਿੰਗ। ਤੇ ਫਿਰ ਉਹਨਾਂ ਨੂੰ 5 ਪਿਆਰੀਆਂ ਕਹਾਂਗੇ, ਜਿਹੜੇ ਕਹਿੰਦੇ ਬੀਬੀਆਂ ਨੂੰ ਲਾ ਦਿਓ। ਕੋਈ ਸਤਿਗੁਰੂ ਨੇ ਬਖਸ਼ਿਸ਼ ਕੀਤੀ ਇਹਨਾਂ ਦਾ ਨਿਆਰਾਪਨ, ਜੋ ਦਾਤ ਜੋ ਰਹਿਮਤ ਬੀਬੀਆਂ ਤੇ ਕੀਤੀ ਆ ਉਹ ਕਿਸੇ ਤੇ ਨਹੀਂ। ਪਰ ਜੋ ਉੱਥੇ ਆਵਾਜ਼ ਮਾਰੀ ਗੁਰੂ ਦੇ ਕੀਤੇ ਵਿੱਚ ਦਖਲਅੰਦਾਜ਼ੀ ਕਿਉਂ? ਫਿਰ ਕੀ ਕਹਾਂਗੇ ਇਹਨਾਂ ਨੂੰ? ਹੁਣ ਤਾਂ ਕਹਿੰਦੇ 5 ਪਿਆਰੇ ਸਾਜੇ, 5 ਪਿਆਰੇ ਖੰਡੇ ਦੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਗੇ। ਫਿਰ ਕਹਾਂਗੇ 5 ਪਿਆਰੀਆਂ। ਫਿਰ ਇਹ ਹੀ ਕਹਾਂਗੇ ਨਾ ਵੀ 5 ਪਿਆਰੀਆਂ। ਫਿਰ ਅਸੀਂ ਵਿਆਕਰਨ ਦੇ ਅਨੁਸਾਰ ਵੀ ਲਿੰਗ ਪੁਲਿੰਗ ਤਾਂ ਚੇਂਜ ਕਰ ਨਹੀਂ ਸਕਦੇ। ਸਾਡੇ ਵਿੱਚ ਇੰਨੀ ਸਮਰੱਥਾ ਤਾਂ ਹੈ ਨਹੀਂ ਵੀ ਇਸਤਰੀ ਨੂੰ ਅਸੀਂ ਮਰਦ ਬਣਾ ਦਈਏ, ਇੰਨੀ ਸਮਰੱਥਾ ਤਾਂ ਨਹੀਂ ਹੈ ਨਾ। ਔਰ ਮਹਾਰਾਜ ਨੇ ਆਵਾਜ਼ ਮਾਰੀ, ਭਾਈ ਦਇਆ ਸਿੰਘ ਉੱਠੇ। ਦੂਜੀ ਆਵਾਜ਼ ਮਾਰੀ, ਮੈਂ ਸੰਖੇਪ ਚ ਅਰਜ਼ ਕਰ ਰਿਹਾ, ਭਾਈ ਧਰਮਚੰਦ ਜੀ ਉੱਠੇ। ਔਰ ਧਰਮ ਆ ਗਿਆ। ਜੇ ਮੁਕੰਮਲ ਖਾਲਸਾ ਬਣਾਉਣਾ ਹੈ ਨਾ, ਮੁਕੰਮਲ ਦਇਆ ਚਾਹੀਦੀ ਹੈ, ਧਰਮ ਚਾਹੀਦਾ ਹੈ। ਧਰਮ ਤੋਂ ਬਗੈਰ ਕੁਝ ਨਹੀਂ, ਕਿਉਂਕਿ ਧੌਲ ਧਰਮ ਦਇਆ ਕਾ ਪੂਤ। ਔਰ ਧਰਮ ਆ ਗਿਆ। ਤੇ ਇੰਨੇ ਨੂੰ ਕੀ ਹੋਇਆ ਪਿਆਰਿਓ, ਕੁਝਾਂ ਦੇ ਖਿਆਲ ਨੇ ਉੱਥੇ ਹੋਰ ਲਿਖਾਰੀਆਂ ਨੇ ਲਿਖਿਆ ਵੀ ਹੈ, ਇਹ ਨਹੀਂ ਲਿਖਿਆ, ਮੈਂ ਵੀ ਪੜ੍ਹਿਆ, ਲਿਖਿਆ ਵੀ ਹੈ। ਕਹਿੰਦੇ ਤੰਬੂ ਜਿਹੜਾ ਲੱਗਾ ਸੀ ਨਾ, ਪਿੱਛੇ ਲੱਗਾ ਸੀ ਤੰਬੂ, ਸਟੇਜ ਦੇ ਪਿੱਛੇ ਲੱਗਾ ਸੀ, ਇਹਦੇ ਤੋਂ ਕਤਰਾਇਆ ਨਹੀਂ ਜਾ ਸਕਦਾ। ਤੰਬੂ ਲੱਗਾ ਸੀ। ਕਹਿੰਦੇ ਤੰਬੂ ਵਿੱਚ ਮਹਾਰਾਜ ਗਏ ਤੇ ਭਾਈ ਦਇਆ ਸਿੰਘ ਨੂੰ ਲਗਾਏ ਤੇ ਜਾ ਕੇ ਇੱਕ ਬੱਕਰਾ ਵੱਢ ਸੁੱਟਿਆ, ਇੱਕ ਬੱਕਰਾ। ਤੇ ਜਦੋਂ ਭਾਈ ਧਰਮਚੰਦ ਨੂੰ ਲੈ ਕੇ ਗਏ, ਦੂਜਾ ਬੱਕਰਾ ਵੱਢ ਸੁੱਟਿਆ। ਬਈ ਉੱਥੇ ਆਂਦੇ ਤੰਬੂ 'ਚ ਬੱਕਰੇ ਵੱਢੇ ਗਏ। ਉਹ ਦਵਾਈ ਰੱਬ ਦੀ ਪਤਾ ਨਹੀਂ ਹੈ ਸਾਡਾ ਦਿਲ ਔਰ ਦਿਮਾਗ ਕਿੱਧਰ ਨੂੰ ਤੁਰ ਪਿਆ। ਮੈਂ ਇੱਥੇ ਥੋੜ੍ਹਾ ਜਿਹਾ ਆਪ ਨੂੰ ਪ੍ਰਮਾਣ ਦੇ ਦਿਆਂ ਔਰ ਗੱਲ ਸੁਖਾਲੀ ਹੋ ਜਾਵੇ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੱਲੇ ਤਾਂ ਗਏ ਨਹੀਂ ਸੀ ਵੀ ਬੱਕਰੇ ਖਰੀਦ ਕੇ ਲਿਆ ਕੇ ਤੇ ਕੱਲੇ ਨੇ ਤੰਬੂ ਲਾਇਆ ਹੋਵੇ ਤੇ ਲਿਆ ਕੇ ਆਪ ਬੰਨ੍ਹਤੇ ਹੋਣ। ਹਰ ਹੀਰੋ ਦਾ ਇੱਕ ਰਾਜਦਾਰ ਹੁੰਦਾ ਹੈ, ਉਹ ਆਪਣੇ ਕਿਸੇ ਨਾ ਕਿਸੇ ਰਾਜਦਾਰ ਨਾਲ ਗੱਲ ਸ਼ੇਅਰ ਕਰਦਾ ਹੈ। ਦੂਰੋਂ ਨਹੀਂ ਤੇ ਨੇੜਿਓਂ ਸਹੀ। ਮਾਮਾ ਕਿਰਪਾਲ ਚੰਦ ਹੀ ਲਾ ਲਓ ਤੇ ਮਾਮਾ ਕਿਰਪਾਲ ਚੰਦ ਨੂੰ ਇਸ ਗੁਫ਼ਤਗੂ ਦਾ ਲੱਗ ਜਾਂਦਾ ਪਤਾ। ਮਾਮਾ ਕਿਰਪਾਲ ਚੰਦ ਗੱਲ ਕਿਸੇ ਹੋਰ ਕੋਲ ਕਰ ਦਿੰਦਾ, ਉਹ ਅੱਗੇ ਕਰਦਾ, ਗੱਲ ਲੀਕ ਆਊਟ ਹੋ ਜਾਣੀ ਸੀ, ਖਲਦਲੀ ਮਚਣੀ ਨਹੀਂ ਸੀ। ਜਦੋਂ 2 ਸਿਰ ਵੱਢੇ ਗਏ ਨਾ, ਉਦੋਂ ਜਿਹੜਾ ਹੁਸ਼ਿਆਰਪੁਰ ਦੇ ਰਹਿਣ ਵਾਲਾ ਜਸਵੰਤ ਰਾਓ ਗਿਆ ਸੀ ਨਾ, ਬਹੁਤ ਸੰਗਤ ਲੈ ਕੇ, ਤੇ ਪਿਆਰਿਓ ਇਹਨੂੰ ਹੱਥਾਂ ਪੈਰਾਂ ਦੀ ਪੈ ਗਈ। ਤੰਬੂ ਉਸ ਕਨਾਤਾਂ ਦੇ ਟੈਂਟ ਦੇ ਪਿਛਲੇ ਪਾਸਿਓਂ ਦੀ 20,000 ਬੰਦਾ ਲੈ ਕੇ ਇੱਕੇ ਵਾਰ ਭੱਜ ਆਇਆ ਸੀ ਕਿ ਗੁਰੂ ਵੱਢਣ ਲੱਗ ਪਿਆ, ਪਤਾ ਨਹੀਂ ਵਾਰੀ ਕਿਹਦੀ ਆ ਜਾਣੀ, ਜੇ ਭੱਜ ਆਓ। ਫਿਰ ਉਹਨੂੰ ਭੱਜਣ ਦੀ ਲੋੜ ਨਹੀਂ ਸੀ। ਜੇ ਪਤਾ ਹੁੰਦਾ ਨਾ ਬੱਕਰੇ ਵੱਢਣੇ ਗੁਰੂ ਨੇ ਬੱਕਰੇ, ਤੇ ਫਿਰ ਪਿਆਰਿਓ ਉਹਨੂੰ ਭੱਜਣ ਦੀ ਲੋੜ ਨਹੀਂ ਸੀ। ਇਹ ਗੱਲ ਨੂੰ ਕੋਟ ਕੀਤਾ ਗਿਆਨੀ ਮਾਨ ਸਿੰਘ ਜੀ ਝੌਰਾਂ ਵਾਲਿਆਂ ਨੇ, ਪੰਥ ਦੇ ਬੜੇ ਮਹਾਨ ਵਿਦਵਾਨ ਹੋਏ ਨੇ। ਉਹ ਕਹਿੰਦੇ ਜਸਵੰਤ ਰਾਓ ਹੁਸ਼ਿਆਰਪੁਰ ਦੇ ਰਹਿਣ ਵਾਲਾ ਸੀ ਤੇ 20,000 ਬੰਦਾ ਲੈ ਕੇ ਭੱਜ ਆਇਆ ਸੀ ਔਰ ਉਹਨੂੰ ਭੱਜਣ ਦੀ ਲੋੜ ਨਹੀਂ ਸੀ। ਦੂਜੀ ਗੱਲ, ਇਤਿਹਾਸ ਗਿੱਠਾਂ ਮਿਣ ਲਿਖਿਆ ਗਿਆ। ਕਿਸੇ ਲਖਾਰੀ ਦੇ ਨੇ ਮਾਈ ਕੇ ਲਾਲ ਨੇ ਅੱਜ ਤੱਕ ਇਹ ਨਹੀਂ ਲਿਖਿਆ ਬਈ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਬੱਕਰੇ ਲੈਣ ਗਏ ਤੇ ਆਏ ਕਿੱਥੋਂ, ਕੌਣ ਲੈ ਕੇ ਆਇਆ ਤੇ ਕਿਹੜੇ ਆਦਮੀ ਦੇ ਕੋਲੋਂ ਲਿਆਂਦੇ। ਇਤਿਹਾਸ ਵਿੱਚ ਇਹ ਲਿਖਿਆ ਮਹਾਰਾਜ ਫਲਾਣੇ ਥਾਂ ਤੇ ਗਏ, ਫਲਾਣੇ ਸਿੱਖ ਮਿਲੇ, ਉਹਨਾਂ ਭੋਜਨ ਛਕਾਇਆ, ਉਹਨਾਂ ਦੇ ਘਰ ਦੇ ਪਰਿਵਾਰ ਨੇ। ਤੇ ਇਹ ਕਿਉਂ ਨਹੀਂ ਲਿਖਿਆ ਬਈ ਫਲਾਣੇ ਆਦੜੀ ਤੋਂ ਜਾ ਕੇ ਬੱਕਰੇ ਲਿਆਂਦੇ, ਉਹਦਾ ਕਿੰਨਾ ਇੱਕ ਦਾ ਮੁੱਲ ਤਾਰਿਆ ਤੇ ਕੌਣ ਲੈਣ ਗਏ, ਇਹ ਕਿਸੇ ਨੂੰ ਪਤਾ ਨਹੀਂ। ਇਹ ਗੱਲ ਜਿਹੜੀ ਏ ਉਹੀ ਘੁਮਾ ਦਿੱਤੀ ਗਈ, ਐਸਾ ਕੁਝ ਨਹੀਂ ਹੋਇਆ।
क्योंकि मेरा सतगुरु जिहड़ा है ना उहदे ते शंका प्रगट करदे ने कि गुरु ने सिख नहीं वड्डे, मुर्दा कदे जिंदा नहीं हुंदा। ते बाणी नूं पढ़ो, बाणी कहंदी है सतगुर मेरा मार जीवालै, गुरु मार देंदा है। मृतक को पायो तन सासा, बिछरत आन मुलाया। और वो विछड़िया नूं मिल देंदा है, मुर्दियां नूं तोड़ देंदा है। प्रभ भावै बिन सास ते रख है, और बिना श्वासां तो चलन ला देवे मुर्दे नूं। ऐसा कुछ संगत जी नहीं होया, किसी दे ढौंचले मंगर ना लग जाना। एक और विद्वान होया है जिहड़ा ना गुरु गोबिंद सिंह महाराज दे कोल रहिंदा सी, और है सी सूइयां, ते वो सी औरंगजेब दा सूइयां। उहदा नाम सी अबुल तुरानी। अबुल तुरानी उन्हें अपनी खीरली रिपोर्ट जिहड़ी आ, और प्यारिओ उन्हें ये विसाखी वाली लिखी आ कि औरंगजेब मैं तेनों एक कहना आ, तू मारना चाहना है, मुकाउणा चाहना है गुरु गोबिंद सिंह साहब नो, कदे भी नहीं मुका सकदा। अबुल तुरानी लिखदा वो पंडित दा भेस बना के रहिंदा सी, मत्थे विच तिलक लांदा सी। कहंदा जदों मैं आण के संगत विच गुरु गोबिंद सिंह साहब नूं मत्था टेकना ना, ते महाराज ने मिठा जिहा मुस्करा देना। ते कहंदा भी मैं आखना भी महाराज मैनूं जान गए, मुस्करा देना पर प्रगट ना गल करनी। महाराज साहब दे जदों एक कौतक वरत्या, अबुल तुरानी कहंदा मैं चश्मदीद गवाह, मैं वाकियात सारा कट्ठ बुलाया ते मैं इस कट्ठ दे विच खलोता, इस कौतक नूं तकिया। अबुल तुरानी कहंदा है कि स्टेज दे उपर सिर कट्टे गए, स्टेज दे उपर पंजो सिर कट्टे। कहंदे फिर एक कढ़ाइया आया जिहड़ा कुंडियां तो बगैर बाटा आपां कहने, उन्होंने की पता सी ये बाटा। फिर कहंदे उहदे विच किरपान करद घमाई, वो सी खंडा जिहड़ा साहब ने पंजां दे सीस लैके फेरिया, वो अमृत तैयार हो गया। कहंदे उन्हां दे कट्टे हुए धड़ां नाल सिर बदल के ला के महाराज ने, ते महाराज आप वीर आसन होके और चुला भर के मुख विच आबे हयात पाउंदे ने, अमृत पाउंदे ने। जिन्हों सुर नर मुन जन खोज दे सो अमृत गुर ते पाया। जेड़ा पहली वेर उदों देवतियां ने धरती ते अमृत प्रगट किया, ते दैंता ने मिल के अज गुरु गोबिंद सिंह महाराज ने कोई सखीर समुंदर नहीं रिड़किया, सिद्धे दा सिद्धा आनंदपुरी दे विच ओ अमृत प्रगट किया, ओ अमृत तैयार किया। ते पहली वेर गुरु ने भी नहीं मुख च पाया, पहली वेर वो सिख दे मुख विच पा के ये नहीं किया मैं कटिया, मैं जिंदा करांगा, मैं अमृत बनावांगा। महाराज कहंदे बोल वाहेगुरु जी का खालसा वाहेगुरु जी की फतेह। जवाब देंदा सिंह उठ के खड़ा हो जाता है, लोकां विच हलचल ही मच गई है, की हो गया। ते दुहाई रब दी कहंदा जदों पंजो दे पंजो सुरजीत हो गए ते कहन लगे, और पंजा ने और तैयार बर तैयार हो गए, तंबू विचों बाणे बदले स्टेज ते आए। ते फिर जेड़े पंजे तैयार किए ना, गुरु गोबिंद सिंह साहब ने नहीं कहा मैं गुरु तुहाडे ते मेरा हुक्म चलेगा, मैं तुहानूं हुक्म करदा है, और नहीं गुरु गोबिंद सिंह महाराज हथ बन के आ गए, पंजो प्यारिओ तुसी पंजे परवान हो गए हो। महाराज गुरु नानक साहब ने भी कहा है पंच परवान पंच प्रधान, वो पंजा नूं ही बख्शिश है। तुसी पंजो परवान हो गए हो, तुसी अज सिंह सज गए हो सिंह, ते मैं अजे गोबिंद राए हाँ, मैं गोबिंद राहे हाँ। तुसी पंजो प्यारिओ मेरे ते भी कृपा करो, जेड़ा अमृत लैके छाके तुसी सिंह सज गए हो ना, वो अमृत दी दात मैनू भी बख्शो। ते पंजां दे अगे और पहला गुरु ते फिर आप चेला बनया, उन्हां तो मंगदा है, उन्हां गुरु रूप होके वो अमृत दी दात देती। कुछ सिंह कुछ विद्वान इतिहासकार भी कहंदे बई उन्हां पंजां ने कहा कि गुरु गोबिंद सिंह गोबिंद राय जी असी सिर दे के अमृत लिया है, सिर ये प्रेम दे नाल सिर दिता है ते अमृत पाया है, और अपना जिहड़ा है सिर गुरु नूं बेच देवे तां जाके मिलेगा अमृत।
सतगुर साचे आगे सीस भेंट दिओ, ओनू सीस दी भेंट दे और सिर दे और मन अपना गुरु दे सबुरद कर दे ते तुसी की देओगे। कहंदे गुरु गोबिंद सिंह महाराज ने क्या सी, पंजो प्यारिओ, और गुरु ने कृपा कीती, अकाल ने कृपा कीती और पिता दा सिर कौम दे लेखे ला दिता है। जे पंजो प्यारिओ उस अकाल दी कृपा हुई, एक सिर तक की कौम ली अकाल दे हुक्म नाल सरबंस वार देवांगा। उन्हों तां सरबंस दानी कहंदे ने। सरबंस भी वारिया अबू अल तरानी ने खीरली रिपोर्ट लिखदियां क्या, औरंगजेब अज तो बाद मेरे तो कोई आशा ना रखी, आ खीरली रिपोर्ट ही तू इनू नहीं मटा सकदा, ये मुर्दियां नू जिंदा करन वाला ही ऐसा काबल पीर कोई नहीं हो। और उन्हें भी जाके अज अपना मखौटा ला के महाराज अगे हाथ बन के कहा, महाराज कृपा करो ये अमृत मैनू भी दिओ। उथे पंजा ने छकिया और प्यारिओ और गुरु के सिखा ने, मातावां ने, साहबजादियां ने बेअंत संगतां अमृत छकिया। उन्हां कतारां दे विच अबू अल तुरानी भी सी। जदों महाराज साहब दों जाके अमृत मंगिया ते सच्ची सरकार कहंदे भी आ अज अमृत की दात लैन आया है। ते सच्ची सरकार कहंदे सानू तां पहलां ही पता सी कि तू जरूर आएगा। और महाराज साहब मैनू जानते सी। महाराज कहंदे बिल्कुल शंका नहीं, असी जानते सा तू CID करदा है। महाराज कुछ नहीं कहा। महाराज साहब कहंदे ये साडा काम नहीं कि असी तेनू मार दईए, जो तू रिपोर्ट है सच देना है तो सच लिखी जा, सानू उहदे ते कोई शंका नहीं। महाराज अज कृपा करो, अज तो मैं तुहाडा होके रहना चाहना है। साहब ने अमृत की दात दिती, वो अबू अल तुरानी तो अजमेर सिंह बना दिता। उन्होंने अजमेर सिंह, वो अमृत जेड़ा अबू अल तुरानी मंगदा है, जेड़ा साहबजादे छकदे ने, अज सिख नूं कहीए ते कहंदा जी घरे सलाह करांगे, जिवें बड़ा वड्डा पहाड़ डिगन लगा सो घरे पुछांगे जी। कोई तां आण के कहंदा ज्ञानी जी घर दे नहीं जे मनदे, कोई कहंदा है कुछ नहीं जे हुंदा, और मन अपना नहीं मनदा। असी सिख कहाउने आ, अमृत तो कतराउने आ। ये अमृत वाला कौतक जेड़ा गुरु गोबिंद सिंह महाराज ने 1699 ईस्वी वाली विसाखी नूं महाराज ने यह कीता। और प्यारिओ एक विसाख नूं अमृत छकाया ते खालसा पंथ नूं न्यारा बनाया। पहला जिंदा नूं मुर्दा कीता, जेड़ा संसारी जीवन सी उन्हों मार दिता। सतगुर मेरा मार, पहला मार ते फिर जीवाले, फिर मुर्दियां नूं जिंदा कीता ते उन्हां नूं कह दिता तुहानूं मारन वाला कोई नहीं, मटाउण वाला कोई नहीं। नादी पुत्र बना दिता है अमृत दे के। ते उदन संमत सी 1756 बिक्रमी, जिदन एक कौतक होया। ये विसाखी नादा नाल संबंध है साडा। ते जदों असीं अगे पढ़दे हां, विद्वान सज्जन कहंदे आ सन 1978 दी विसाखी आई ते नकली निरंकारियां ने इन्हां दे मखौटे नूं, इन्हां दे हो रहे कूड़ प्रचार नूं रोकण वास्ते सिंह गए इन्हां निरंकारियां ने। और प्यारिओ 1978 दी विसाखी नूं जेड़ा सी और जेड़े 13 सिंह और रोकण गए कूड़ प्रचार नूं, उन्हां कोई इन्हां ते गोली नहीं चलाई, कोई डांग नहीं चलाई, उन्होंने गोलियां मार के शहीद कर दिता। वो भी विसाखी वाला दिन सी। जदों उन्होंने सिंघां नूं शहीद कर दिता गया, जलियांवाले बाग दा साका वापरिया, वो भी विसाखी वाला दिन सी। उदों भी गोलियां चलियां। ये साडा विसाखी नाल संबंध है। ते अज विसाखी वाला दिन असीं मनाउण जा रहे हैं कल नूं। ते संगत जी किदे गुरुद्वारियां च इन्हां दिनी घर दियां वस्तु असी सारी उम्र ते सारा साल मंगदे हां। किदे गुरु दी रहमत मंगण आइए, किदे गुरु तो अमृत मंगण आइए, नशियां दा सेवन घटाइए, गुरु तो अमृत दी दात मंगीए। जिन्हों गुरु अमृत दे दिंदा जे
ਉਹ ਜੁਗਾਂ ਜੁਗਾਂਤਰਾਂ ਤੱਕ ਉਹਦੇ ਨਾਮ ਨੂੰ ਕੋਈ ਮਿਟਾ ਨਹੀਂ ਜੇ ਸਕਦਾ, ਕੋਈ ਵੱਟਾ ਨਹੀਂ ਜੇ ਲਾ ਸਕਦਾ। ਉਹ ਗੁਰੂ ਨੇ ਅੰਮ੍ਰਿਤ ਦਿੱਤਾ ਹੈ। ਦੁਨੀਆ ਦੇ ਵਿੱਚ ਦੂਜੀ ਵੇਰੀ ਅੰਮ੍ਰਿਤ ਪ੍ਰਗਟ ਹੋਇਆ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ। ਉਦੋਂ ਤਾਂ ਦੇਵਤਿਆਂ ਨੂੰ ਮਿਲਿਆ ਸੀ ਨਾ, ਆਮ ਲੋਕਾਈ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੀ ਵੇਰ ਅੰਮ੍ਰਿਤ ਵੰਡਿਆ। ਪਹਿਲੀ ਵੇਰ ਤੇ ਪਹਿਲੀ ਵੇਰ। ਔਰ ਕੋਈ ਐਸਾ ਹੈ ਜਿਨੇ ਆਪ ਕਿਹਾ ਕਿ ਲਿਆਓ ਅੰਮ੍ਰਿਤ ਦੀ ਦਾਤ, ਹੁਣ ਗੁਰੂ ਰੂਪ ਹੋ ਕੇ ਮੈਨੂੰ ਦਿਓ। ਤੇ ਖਾਲਸਾ ਪ੍ਰਗਟ ਕਰਕੇ ਕਹਿਣ ਲੱਗੇ, ਪ੍ਰਗਟਿਓ ਖਾਲਸਾ परमात्मा की मौज। परमात्मा मौज विच आया ते खालसा प्रगट होया। नहीं क्या मेरा खालसा, मैं खालसे दा गुरु। महाराज ने नहीं किया, कहंदे खालसा अकाल पुरख की फौज। ये किसी राजे दी फौज नहीं, ये अकाल पुरख दी आ जिंदा नाश कदे नहीं हुंदा ते जिहदा अपना नाश कदे नहीं। राजा मर जावे ते तां उहदी फौज दा कोई मालक होर बनेगा। साडा खालसियां दा राजा वो आ जिहड़ा कदे मरदा नहीं। वो अविनाशी जीवन को दाता, सिमरत सब मल कोई। गुण निधान भगतन को बर्तन, बिरला पावै कोई। वो अविनाशी नाश तो रहत राजा आ ते ओदी फौज जिहड़ी कदे उहनूं कोई मिटा ही नहीं सकदा। और जिन्ना चिर वो दाता जिउंदा, जिन्ना चिर वो दाता दुनिया का मालक है, वो दिन मनाउण जा रहे हैं संगत जी। कल नूं विसाखी का दिहाड़ा है और बाणी पढ़िए वध तो वध ते गुरु गुरु जपीए और सतगुरु तो अमृत मंगीए। महाराज सानू अमृत की दात दिओ। विछड़े हुए हैं जन्मां जन्मांतरां तो ते साडे अंदर दा दीवा जगे। जदों बाहर दा अमृत पिया, अंदर अमृत बाणी पढ़ के तैयार होया, अंदरों अमृत प्रगट होना है, फिर अंदर दा दीवा जगमगाएगा, फिर जोत विच जोत मिल जाएगी, फिर गुरु दे नाल साडा मिलाप हो जाएगा। इस संखेप रूप विच आप नाल विसाखी दे संबंध विच कुछ विचारां जेहड़ियां ने सांझियां कीतियां। कल नूं अमृत वेले सहज पाठ दे भोग उदों बाद अंदर संखेप रूप च जो 12 माह की विचार विसाख के संबंध अंदर धन गुरु अर्जन देव महाराज ने कृपा की है, उन्होंने आप पढ़ना सुनना है। गुरुद्वारा विसाखी वाला विखे बड़े रूप च जोड़ मेला अपने नगर विच मनाया जाता है आप संगतां ने। और जिथे जाके इशनान करना, देगां करवाउणियां है ना, भावें तुहानूं घंटा घंटा समा मिले तो भावें अद्धा अद्धा गुरु के लंगरां विच माइयां बीबियां लंगर दी सेवा करिया जे। महाराज दे जिहदे घरे जाइए ना, किसी दा होवे समागम ते ओदे घरे जाके तुसीं भावें थोड़ा ही काम कर दिओ, ओदी निगाह च होवोगे। और फिरन वाले सारे ही रिश्तेदार हुंदे आ, जिहड़ा थोड़ी वाली कोई जिम्मेवारी निभा देवे ना, वो विशेष निगाह च हुंदा है। बई ये मेरे घरे आया सी ते फलाने ने आके भावें थोड़ा ही कीता तां है ना। असीं गुरु गोबिंद सिंह महाराज की नदर च आउणा है ते जिथे सेवा मिले। होर नौजवान जेड़े ने, गुरमुख जन जेड़े ने, और मेरा कुछ नूं कहा भी, जिन्होंने नहीं भी कहा वो भी पहुँचया जे। कोई लंगर वरताउण ते नाल और कोई और संगत का प्रबंध करन ते नाल संजोग करिया जे। आपां रल मिल के समुचे नगर ने ना कहा जे गुरुद्वारे वालियां दा काम है, नहीं, अपना सारियां दा गुरु। ते गुरु ने कले गुरुद्वारे वालियां वास्ते ही कुर्बानी नहीं की, गुरुद्वारे वालियां वास्ते ही अमृत नहीं प्रगट किया। दाता कलियां इन्हां नूं नहीं, समुचे राष्ट्र लई। ते असीं बाहरले नगरां तो जिहड़ी संगत आउणी आ और उन्हां दा अभिनंदन करना, उन्हां दी सेवा करनी है। ते उन्हां दी सेवा कीतियां फिर गुरु गोबिंद सिंह महाराज दियां सानूं खुशियां मिलनियां। जिन्हां दे घरां च दुध है वो दुध जरूर लैके आया जे। और महाराज साहब दे और दर ते इस पावन पुरब ते संगतां आउणियां ने, उन्हां दे जल पानी दी सेवा ते अपने पशु ढांडे दी वो दुध नाल सेवा और जिहड़ी है इस पावन पुरब ते हो सके। आप संगतां ने बेनतियां प्रवान करनियां, सारियां ने संजोग करना है। किसी प्रकार का कोई नशा जिंदगी च वरतो ना।
और परम करो महाराज, ये तेरे खालसे का पावन पूर्व है, सानू भी ये दात बख्श ते असी अज तो दुहाई रब दी नशा नहीं करांगे, अज तो बाद केस कतल नहीं करांगे, अज तो बाद कुसंगत विच नहीं जावांगे, फिर ही इस पासे नू इस मार्ग ते तुरिया जाना है, फिर असी मंजिल ते पहुंचांगे। बेअंत भुल्लां दी खिमा इन्नियां बेनतियां प्रवान करिया जे। संखेप रूप विच आप नाल विचार साझे कीते। सतगुरु ते सतगुरु की संगत बख्शण जोग अरदास अंदर शामिल होइए। वाहिगुरु जी का खालसा, वाहिगुरु जी की फतेह। तू ठाकुर तुम पह जियो पिंड सब तिहि, तुम मात पिता हम कोई न जाने, सगल समगरी तुम रै सूतर तारी तुम ते हो, तुमरी गातु मित तुम ही, सदा करवा आगे यार दास हमारी जियो पिंड साव, साब तेरी बड़ियाई कोई नाउ न जा। वाहिगुरु वाहिगुरु साहिब जी अरदास। एक ओंकार श्री वाहिगुरु जी की फतेह। श्री भगवती जी सहाय। बार श्री भगवती जी के पातशाही दसवें प्रथम भगवती सिमर कै गुरु नानक लेते आए, फिर अंगद गुर ते अमरदास रामदास हुई सहाय। अर्जन हरगोबिंद नाम सिमरो श्री हर आए, श्री हरकृष्ण ध्याईऐ डिठै सतुख जाए, तेग बहादुर सिमरै कर नौन दावै ताए, सवथाई होने साहिब दसवें पातशाह श्री गुरु गोबिंद सिंह महाराज। सवथाई होना जी सहाय दसा पातशाही दी जोत। श्री गुरु ग्रंथ साहिब दे पाठ दर्शनदार दा ध्यान खालसा जी। बोलो जी वाहिगुरू। ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਦੇਖ ਬਾਹੀ, ਦੇਖ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੇਜ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਾਹੀਆਂ, ਤਨਾਰਿਆਂ ਨਾਲ ਚਰਾਏ ਗਏ, ਚਰਖੜੀਆਂ ਤੇ ਚੜ੍ਹੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਗੁਰਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਸਿੰਘਾਂ ਸਿੰਘਣੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ, ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕਬੂਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, श्री अमृतसर साहिब जी के दर्शन स्नान, चौंकियाँ झंडे पुंगे, जुगो जुगे अटल, धर्म का जयकार, खालसा जी के बोल बाले। बोलो जी। सिखां दा मरनी मा मत उचे मत पादा राखा, कालपुरख वाहिगुरू कालपुरख आप जी अपने पांते सदा सहाय दा तार जियो। श्री ननकाना साहिब तो लै करके होर गुरुद्वारे गुरधामा जिन्हां तो सिख पंथ नूं विछोड़िया गया है, खुले दर्शन दीदार ते सेवा संभाल दा दान प्यारे खालसा जी नूं बख्शोवे। निमाणिਆਂ ਦੇ ਮਾਣ, ਨਤਾੜਿਆਂ ਦੇ ਤਾਣ, ਨਿਉਟਿਆਂ ਦੀ ਉੜ, ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀਓ, ਆਪ ਜੀ ਦੀ ਪਾਰ ਕਿਰਪਾ ਰਹਿਮਤ ਹੋਈ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਲਾਹੀ ਬਣਦੇ ਨਿਤਨੇ ਉਪਰੰਤ ਆਸਾ ਦੇ ਵਾਰ ਦੇ ਕੀਰਤਨ, ਗੁਰ ਇਤਿਹਾਸ ਦੀ ਕਥਾ ਵਿਚਾਰੋ ਪਾਤਸ਼ਾਹ ਜੀਓ। ਕਥਾ ਵਿਚਾਰ ਕਰਦਿਆਂ ਕੋਲੋਂ, ਕੀਰਤਨ ਕਰਦਿਆਂ ਕੋਲੋਂ, ਲਾਹੀ ਬਣਦੇ ਨਿਤਨੇਮ ਕਰਦਿਆਂ ਕੋਲੋਂ, सेवा संभाल करदे कोलों होईयां भुल्लां दी खिमा माफ़ी बख्श करनी, अगे वास्ते बाणी पढ़न दा, कीर्तन करन दा, कथा विचार करन दा, सेवा संभाल करन दा बल नूं बख्शना। अमृत वेले तो लै करके बेअंत संगतां ने आप जी दे पावन पवित्र स्थान दीयां हाज़रियां भरियां, सब दीयां हाज़रियां दर प्रवान करनियां, चलिया होया कदम कदम लेखे विच लाउणा, संगतां नूं अपने दरों गुरु गुरसिੱਖੀ दात
ਨਾ ਬਣੀਦਾ ਪਿਆਰ ਬਖਸ਼ਣਾ, ਚੜ੍ਹਦੀ ਕਲਾ ਬਖਸ਼ ਕਰਨੀ। ਗੁਰੂ ਪਰਿਵਾਰ ਵੱਲੋਂ ਆਪ ਜੀ ਦੇ ਦਰ ਤੇ ਹਾਲ ਕੜਾ ਪ੍ਰਸਾਦ ਦੇਗਾਂ ਸਜਾਈਆਂ ਨੇ, ਜਿਹੜੇ ਭਾਵ ਨੂੰ ਲੈ ਕੇ ਦੇਗਾਂ ਸਜਾਈਆਂ, ਸੋ ਭਾਵਨਾਵਾਂ ਪੂਰੀਆਂ ਕਰਨੀਆਂ। ਪਰਿਵਾਰ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦਾਤ, ਨਾ ਬਣਦਾ ਪਿਆਰ ਬਖਸ਼ਣਾ, ਚੜ੍ਹਦੀ ਕਲਾ ਬਖਸ਼ ਕਰਨੀ। ਪਾਤਸ਼ਾਹ ਜੀਓ ਆਪ ਜੀ ਦੇ ਦਰ ਤੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਤੇ ਹਵਨ ਕੜਾ ਪ੍ਰਸਾਦ ਦੀ ਦੇਗਾਂ ਸਜ ਕੇ ਹਾਜ਼ਰ ਨੇ। ਦਰ ਪ੍ਰਵਾਨ ਕਰੋ। ਦਰ ਪ੍ਰਵਾਨ ਹੋਇਆ ਕੜਾ ਪ੍ਰਸਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਸਕੇ। ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਜੀ। ਕਿਰਪਾ ਕਰੋ ਆਇਓ ਸੰਗਤ ਨੂੰ ਆਪਣਾ ਲਾਹੀ ਹੁਕਮ ਨਾ ਬਖਸ਼ ਕੇ ਨਦਰੋਂ ਨਦਰ ਨਿਹਾਲ ਕਰੋ। ਹੁਕਮਨਾਮੇ ਪਰ ਚੱਲਣ ਦੀ ਸੰਗਤਾਂ ਨੂੰ ਸਮਤ ਸੋਝੀ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਕੋਜ ਸਭ ਰਾਜ ਕਰੇਗਾ ਖਾਲਸਾ ਆਕੀ ਰਹੇ। खुआर हुए सा मिलेंगे बजे सर। खुआर हुए सा मिलेंगे बजे शरण। बोले सो निहाल। वाहिगुरु जी का खालसा वाहिगुरु जी की फतेह। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਦਰਸ਼ਨ ਪਰਸੈ। ਗੁਰੂ ਕੈ ਜਨਮ ਮਰਨ ਉਵੈ ਸਿਫਤ ਖੁਸਾਮੰਦੀ। ਨੂਰ ਅਰਸਹੁ ਤਦ ਡਿਠੇ ਸਚੇ ਪਾਤਸ਼ਾਹ। ਮਲ ਜਨਮ ਜਨਮ ਸਜਨ ਸਚਾ ਪਾਤਸ਼ਾਹ। ਸ਼ੇਰ ਜਿਸ ਪਾਸ ਬੈਠਿਆ ਸੂਹੀਐ ਸਭਨਾ ਦਾ। ਜਿਸ ਪਾਸ ਬੈਠਿਆ ਸੂਹੀਐ ਸਭਨਾ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ। ਏਕ ਮਨ ਇਕ ਚਿਤ ਭਾਇ। ਹਰਿ ਕੀਆ ਸਦਾ ਸਦਾ ਵਡਿਆਈਆ। ਦੇ ਨਾ ਪਛੁਤਾਇ। ਏ ਮਨ ਹਰਿ ਜੀ ਧਿਆਏ ਤੂੰ। ਏਕ ਮਨ ਇਕ ਚਿਤ ਭਾਇ। ਹਰਿ ਕੀਆ ਸਦਾ ਸਦਾ ਵਡਿਆਈਆ। ਦੇ ਨਾ ਪਛੁਤਾਇ। ਹਉ ਹਰਿ ਕੈ ਸਦ ਬਲਿਹਾਰਣ। ਜਿਤ ਸੇਵਿਐ ਸੁਖ ਪਾਇ। ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਇ। ਮਹੱਲਾ ਤੀਜਾ। ਆਪੇ ਸੇਵਾ ਲਾਇ ਨਾ ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਇ ਨਾ ਤਿਨ ਨਿਜ ਘਰ ਵਾਸ ਹੈ। ਜੁਗ ਜੁਗ ਸੋਭਾ ਹੋਏ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਮੈਂ ਤੁਝ ਬਿਨ ਅਵਰ ਨਾ ਕੋਈ। ਤੁਰੇ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ।
सब एको शब्द वरतदा जो करे सो होई। वड्याई गुरमुख दे प्रभ हर पावै सोई। गुरमुख नानक आराध्या सब आखो धन 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 गुर सोई। वड्याई गुरमुख दे प्रभ हर पावै सोई। गुरमुख नानक आराध्या सब आखो धन 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 गुर सोई। सुध वाहिगुरु जी का खालसा वाहिगुरु जी की फतेह। वाहिगुरु वाहिगुरु वाहिगुरु। 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 वाहिगुरु जी का खालसा वाहिगुरु जी की फतेह।